हाँ जी, सत श्री अकाल। ਆਪਾਂ ਕੰਪਿਊਟਰ ਦੇ ਕੁਐਸਚਨ ਕਰ ਰਹੇ ਹਾਂ UGC ਨੈਟ ਨਵੰਬਰ 2021 ਦੇ। ਹੁਣ ਆਪਾਂ ਡਿਸਕਸ ਕਰਦੇ ਹਾਂ ਸ਼ਿਫਟ 2 25 ਨਵੰਬਰ। ਪਹਿਲਾ ਕੁਐਸਚਨ ਹੈ ਵਿਚ ਵਨ ਆਫ ਦੀ ਫੋਲੋਇੰਗ ਇਜ਼ ਅ ਡਿਸਐਡਵਾਂਟੇਜ ਆਫ ਯੂਜ਼ਿੰਗ ਪ੍ਰੋਪਰਾਈਟਰੀ ਸੌਫਟਵੇਅਰ ਰਾਦਰ ਦੈਨ ਓਪਨ ਸੋਰਸ ਸੌਫਟਵੇਅਰ। ਸੋ ਦੋ ਤਰ੍ਹਾਂ ਦੇ ਸੌਫਟਵੇਅਰ ਐਗਜ਼ਿਸਟ ਕਰਦੇ ਨੇ, ਓਪਨ ਸੋਰਸ ਸੌਫਟਵੇਅਰ ਐਂਡ ਪ੍ਰੋਪਰਾਈਟਰੀ ਸੌਫਟਵੇਅਰ। ਜਿਹੜੇ ਸੌਫਟਵੇਅਰ ਦਾ ਕੋਡ ਆਪਾਂ ਨੂੰ ਮਿਲ ਜਾਂਦਾ ਹੈ ਉਹਨਾਂ ਨੂੰ ਅਸੀਂ ਬੋਲਦੇ ਹਾਂ ਓਪਨ ਸੋਰਸ ਸੌਫਟਵੇਅਰ। ਜਿਨ੍ਹਾਂ ਦਾ ਕੋਡ ਨਹੀਂ ਮਿਲਦਾ, ਕੰਪਨੀ ਕੋਡ ਆਪਦੇ ਕੋਲੇ ਰੱਖਦੀ ਹੈ, ਉਹਨੂੰ ਅਸੀਂ ਬੋਲਦੇ ਹਾਂ ਪ੍ਰੋਪਰਾਈਟਰੀ ਸੌਫਟਵੇਅਰ। ਤੁਹਾਨੂੰ ਹੋ ਸਕਦਾ ਸਮਝ ਨਾ ਆਵੇ, ਮੈਂ ਥੋੜਾ ਜਿਹਾ ਲੇਮੈਨ ਚ ਸਮਝਾ ਦਿੰਦਾ ਵੀ ਕੰਪਿਊਟਰ ਹੈ ਜਿਹੜਾ ਆਲਵੇਜ਼ ਸੌਫਟਵੇਅਰ ਨੂੰ ਐਗਜ਼ੀਕਿਊਟ ਕਰਦਾ ਬਾਈਨਰੀ ਲੈਂਗੁਏਜ ਦੇ ਵਿੱਚ। ਬਟ ਅਸੀਂ ਸੌਫਟਵੇਅਰ ਲਿਖਦੇ ਕਿਹੜੀ ਲੈਂਗੁਏਜ 'ਚ? ਅਸੀਂ ਹਾਈ ਲੈਵਲ, ਜਿਵੇਂ C++, ਜਾਵਾ, ਪਾਈਥਨ, ਵਿਜ਼ੂਅਲ ਬੇਸਿਕ ਹੈ ਨਾ, ਅਸੀਂ ਉਹਦੇ 'ਚ ਕੋਡ ਲਿਖਦੇ ਹਾਂ। ਤਾਂ ਕੋਡ ਲਿਖਿਆ ਜਾਂਦਾ ਉਸ ਲੈਂਗੁਏਜ 'ਚ। ਫਿਰ ਟਰਾਂਸਲੇਟਰ ਹੁੰਦੇ ਨੇ ਜਿਹੜੇ ਕੰਪਾਈਲਰ, ਇੰਟਰਪ੍ਰੀਟਰ, ਅਸੈਂਬਲਰ, ਉਹ ਕੀ ਕਰਦੇ ਨੇ? ਹਾਈ ਲੈਵਲ ਨੂੰ ਲੋ ਲੈਵਲ ਦੇ ਵਿੱਚ ਕਨਵਰਟ ਕਰ ਦਿੰਦੇ ਨੇ। ਤਾਂ ਜਿਹੜਾ ਸਪਲਾਇਰ ਹੁੰਦਾ ਜਿਵੇਂ ਮਾਈਕਰੋਸੌਫਟ ਹੈ, ਉਹ ਸਾਡਾ ਹਾਈ ਲੈਵਲ ਨੂੰ ਕਨਵਰਟ ਕਰਕੇ ਲੋ ਲੈਵਲ ਬਾਈਨਰੀ ਲੈਂਗੁਏਜ ਸਾਨੂੰ ਦੇ ਦਿੰਦਾ। ਤਾਂ ਬਾਈਨਰੀ 'ਚੋਂ ਤਾਂ ਅਸੀਂ ਕੁਝ ਨਹੀਂ ਸਮਝ ਸਕਦੇ, 0 1 ਹੈ ਤਾਂ ਉਹ ਕੋਡ ਆਪਣੇ ਕੋਲੇ ਰੱਖ ਲੈਂਦਾ। ਤਾਂ ਜੇ ਉਹ ਕੋਡ ਲੋਕਾਂ ਨੂੰ ਦਿੱਤਾ ਜਾਵੇ ਤਾਂ ਉਹ ਓਪਨ ਸੋਰਸ ਬੋਲਦੇ ਆ ਕੋਡ ਨੂੰ, ਤਾਂ ਓਪਨ ਹੋ ਗਿਆ ਸੋਰਸ। ਜੇ ਉਹ ਕੰਪਨੀ ਨੇ ਆਪਣੇ ਕੋਲੇ ਰੱਖ ਲਿਆ ਤਾਂ ਉਹਨੂੰ ਕਲੋਜ਼ ਸੋਰਸ ਔਰ ਪ੍ਰੋਪਰਾਈਟਰੀ ਸੌਫਟਵੇਅਰ। ਹੁਣ ਇਹਦੇ ਵਿੱਚ ਪੁੱਛਦਾ, ਕਹਿੰਦਾ ਕੀ ਡਿਸਐਡਵਾਂਟੇਜ ਹੈ ਪ੍ਰੋਪਰਾਈਟਰੀ ਸੌਫਟਵੇਅਰ ਦਾ? ਤਾਂ ਹੁਣ ਜਿਹੜਾ ਓਪਨ ਸੋਰਸ ਹੈ ਇਹ ਫ੍ਰੀ ਹੋਊਗਾ, ਪ੍ਰੋਪਰਾਈਟਰੀ ਸੌਫਟਵੇਅਰ ਦੇ ਬੰਦਾ ਪੈਸੇ ਲੈ ਸਕਦਾ ਹੈ ਨਾ। ਤਾਂ ਉਹਦੀ ਆਪਦੀ ਮਰਜ਼ੀ ਹੈ ਵੀ ਪੈਸੇ ਲੈਂਦੇ ਨੇ। ਹੁਣ ਮਾਈਕਰੋਸੌਫਟ ਵਾਲੇ ਵਿੰਡੋ ਦੇ ਕਿੰਨੇ ਪੈਸੇ ਲੈਂਦੇ ਨੇ ਜੇ ਵਿੰਡੋ ਆਪਾਂ ਖਰੀਦਦੇ ਹਾਂ। ਤੁਸੀਂ ਲੈਪਟਾਪ ਵਿੰਡੋ ਤੋਂ ਬਿਨਾਂ ਲੈ ਲਿਓ, ਵੈਸੇ ਅੱਜ ਕੱਲ੍ਹ ਮਿਲਦੇ ਔਖੇ ਆ, ਮਿਲਦੇ ਨਹੀਂ। ਡੌਸ ਬੇਸਡ ਲੈ ਲਓਗੇ ਤਾਂ ਤੁਹਾਨੂੰ ਫ੍ਰੀ 'ਚ ਤਾਂ ਨਹੀਂ ਕਹਿ ਸਕਦੇ, ਫ੍ਰੀ 'ਚ ਤਾਂ ਲੈਪਟਾਪ ਕੌਣ ਦੇਊਗਾ, ਮਤਲਬ 4-5 ਹਜ਼ਾਰ ਰੁਪਈਆ ਘੱਟ ਦੇ ਦੇਣਗੇ ਆਪਾਂ ਨੂੰ ਹੈ ਨਾ ਲੈਪਟਾਪ। ਮੈਂ ਖਰੀਦਿਆ ਸੀ, ਮੈਂ ਬਿਨਾਂ ਵਿੰਡੋ ਤੋਂ ਖਰੀਦਿਆ ਸੀਗਾ। ਸੋ ਜੇ ਤੁਸੀਂ ਵਿੰਡੋ ਦੇ ਨਾਲ ਲਓਗੇ ਫਿਰ 5-6 ਹਜ਼ਾਰ ਰੁਪਈਆ ਮਹਿੰਗਾ ਮਿਲੂਗਾ। ਉਵੇਂ ਹੀ ਆਫਿਸ ਦਾ ਸੌਫਟਵੇਅਰ ਹੈ, ਉਹ ਵੀ ਆਪਣੇ ਕੋਲੇ ਪੇਡ ਹੈ ਨਾ। ਤੇ ਜਿਵੇਂ ਆਪਣੇ ਕੋਲੇ ਐਂਡਰੋਇਡ ਹੈ ਜਾਂ ਲਾਈਨਿਕਸ ਹੈ, ਇਹ ਓਪਨ ਸੋਰਸ ਸੌਫਟਵੇਅਰ ਨੇ ਜਿਹੜੇ ਕਿ ਘੱਟ ਪੈਸਿਆਂ ਤੇ ਮਤਲਬ ਫ੍ਰੀ ਮਿਲ ਜਾਂਦੇ ਨੇ। ਤਾਂ ਫਿਰ ਆਪਸ਼ਨ 1 ਹੈ ਪ੍ਰੋਪਰਾਈਟਰੀ ਸੌਫਟਵੇਅਰ ਕੈਨ ਓਨਲੀ ਬੀ ਐਕਸੈਸਡ ਵਿਦ ਪਾਸਵਰਡ। ਇਹ ਤਾਂ ਠੀਕ ਹੈ ਗੱਲ, ਇਹ ਡਿਸਐਡਵਾਂਟੇਜ ਨਹੀਂ ਹੈਗਾ, ਇਹ ਤਾਂ ਹੈਗਾ ਹੀ ਹੈ ਵੀ ਆਪਾਂ ਨੂੰ ਪਾਸਵਰਡ ਦੇ ਨਾਲ ਚਲਾ ਸਕਦੇ ਹਾਂ। ਦੂਸਰਾ ਹੈ ਪ੍ਰੋਪਰਾਈਟਰੀ ਸੌਫਟਵੇਅਰ ਕੈਨ ਓਨਲੀ ਬੀ ਯੂਜ਼ਡ ਔਨ ਪ੍ਰੋਪਰਾਈਟਰੀ ਸਿਸਟਮ। ਇਹ ਵੀ ਕੋਈ ਐਡੀ ਸਟੇਟਮੈਂਟ, ਡਿਸਐਡਵਾਂਟੇਜ ਨਹੀਂ ਹੈਗਾ ਇਹ, ਠੀਕ ਹੈ। ਅਗਲਾ ਹੈ ਪ੍ਰੋਪਰਾਈਟਰੀ ਸੌਫਟਵੇਅਰ ਇਜ਼ ਯੂਜ਼ਲੀ ਮੋਰ ਐਕਸਪੈਂਸਿਵ। ਹਾਂ, ਇਹ ਡਿਸਐਡਵਾਂਟੇਜ ਹੈ ਕਿ ਜਿਹੜਾ ਪ੍ਰੋਪਰਾਈਟਰੀ ਸੌਫਟਵੇਅਰ ਹੈ ਓਪਨ ਸੋਰਸ ਦੇ ਨਾਲੋਂ ਇਹਦਾ ਇਹ ਨੁਕਸਾਨ ਹੈ ਵੀ ਸਾਨੂੰ ਪੈਸੇ ਦੇਣੇ ਪੈਂਦੇ ਨੇ, ਐਕਸਪੈਂਸਿਵ ਹੈ ਇਹ। ਸੋ ਸੀ ਆਪਾਂ ਨੂੰ ਇੱਕ ਵਾਰੀ ਠੀਕ ਲੱਗਦਾ, ਪਰ ਆਪਾਂ ਪਹਿਲਾਂ ਡੀ ਪੜਾਂਗੇ। ਪ੍ਰੋਪਰਾਈਟਰੀ ਸੌਫਟਵੇਅਰ ਕੈਨ ਓਨਲੀ ਬੀ ਯੂਜ਼ਡ ਵਿਦ ਐਨ ਇੰਟਰਨੈਟ ਕਨੈਕਸ਼ਨ। ਇਹਦਾ ਗਲਤ ਹੈ, ਕੋਈ ਜ਼ਰੂਰੀ ਤਾਂ ਨਹੀਂ ਵੀ ਇੰਟਰਨੈਟ ਹੋਣਾ ਹੀ ਚਾਹੀਦਾ। ਬਿਨਾਂ ਇੰਟਰਨੈਟ ਤੋਂ ਇੱਕ ਵਾਰੀ ਆਪਾਂ ਡਾਊਨਲੋਡ ਕਰਕੇ ਖਰੀਦ ਲਈਏ ਤਾਂ ਵੀ ਚਲਾ ਸਕਦੇ ਹਾਂ। ਸੋ ਇਹਦਾ ਸੀ ਆਨਸਰ ਹੈ ਆਪਣੇ ਕੋਲ, ਠੀਕ ਹੈ। ਇਹ ਮੈਂ ਐਗਜ਼ਾਮਪਲ ਦਿੱਤੀਆਂ ਹੋਈਆਂ ਨੇ ਓਪਨ ਸੋਰਸ ਸੌਫਟਵੇਅਰ ਕੀ ਕਿਹੜੇ ਕਿਹੜੇ ਨੇ, ਉਹਦੀਆਂ ਐਗਜ਼ਾਮਪਲ ਤੁਸੀਂ ਪੜ੍ਹ ਸਕਦੇ ਹੋ, ਠੀਕ ਹੈ। ਅਗਲਾ ਕੁਐਸਚਨ ਆਪਾਂ ਡਿਸਕਸ ਕਰਦੇ ਹਾਂ। ਗਿਵਨ ਬਿਲੋ ਆਰ 2 ਸਟੇਟਮੈਂਟਸ, ਵਨ ਇਜ਼ ਲੇਬਲਡ ਐਜ਼ ਅਸਰਸ਼ਨ ਐਂਡ ਅਦਰ ਇਜ਼ ਲੇਬਲਡ ਐਜ਼ ਰੀਜ਼ਨ। ਤਾਂ ਇੱਕ ਅਸਰਸ਼ਨ ਹੈ, ਇੱਕ ਰੀਜ਼ਨ ਹੈ। ਤਾਂ ਹੁਣ ਗੱਲ ਕਰਦਾ ਹੈ ਬਿਜ਼ੀ ਕੈਲਸੀ ਦੀ ਫਰਸਟ ਸਪਰੈਡਸ਼ੀਟ ਸੌਫਟਵੇਅਰ। ਸਪਰੈਡਸ਼ੀਟ ਸੌਫਟਵੇਅਰ ਕਿਹੜਾ ਹੁੰਦਾ ਹੈ? ਜਿਹੜਾ ਕੈਲਕੂਲੇਸ਼ਨਾਂ ਦੇ ਲਈ ਯੂਜ਼ ਕੀਤਾ ਜਾਂਦਾ, ਜਿਵੇਂ ਸਾਡੇ ਕੋਲੇ ਐਕਸਲ ਇਜ਼ ਆਲਸੋ ਏ ਸਪਰੈਡਸ਼ੀਟ, ਠੀਕ ਹੈ। ਕਹਿੰਦਾ ਇਹ ਫਰਸਟ ਸਪਰੈਡਸ਼ੀਟ ਸੌਫਟਵੇਅਰ ਹੈ, ਇਜ਼ ਕਾਮਨਲੀ ਸਾਈਟਡ ਐਗਜ਼ਾਮਪਲ ਆਫ ਵਨ ਆਫ ਦੀ ਫਰਸਟ ਕਿਲਰ ਐਪਲੀਕੇਸ਼ਨ। ਫਸਟ ਕਿਲਰ ਐਪਲੀਕੇਸ਼ਨ ਦਾ ਮਤਲਬ ਹੁੰਦਾ ਹੈ ਵੀ ਕੋਈ ਵੀ ਚੀਜ਼ ਨਵੀਂ ਮਾਰਕੀਟ 'ਚ ਆਉਂਦੀ ਹੈ ਤਾਂ ਪੂਰਾ ਸਿਨੈਰੀਓ ਬਦਲ ਕੇ ਰੱਖ ਦਿੰਦੀ ਹੈ। ਜਿਵੇਂ ਇੰਟਰਨੈਟ ਸੀਗਾ, ਉਹ ਫਸਟ ਕਿਲਰ ਸੀ ਕਿ ਉਹਨੇ ਪੂਰੀ ਦੁਨੀਆ ਹੀ ਚੇਂਜ ਕਰਕੇ ਰੱਖਤੀ। ਉਵੇਂ ਹੀ ਸਪਰੈਡਸ਼ੀਟ ਦੇ ਨਾਲ ਇੰਟਰਨੈਟ ਪੂਰਾ ਬਦਲ ਗਿਆ ਸੀ। ਕੈਲਕੂਲੇਸ਼ਨ, ਲੋਕ ਬਿਜ਼ਨਸ ਦੇ ਲਈ ਕੰਪਿਊਟਰ ਨੂੰ ਯੂਜ਼ ਕਰਨ ਲੱਗ ਗਏ ਸੀ, ਠੀਕ ਹੈ। ਫਿਰ ਅਗਲਾ ਰੀਜ਼ਨ ਕੀ ਹੈ? ਕਹਿੰਦਾ ਬਿਜ਼ੀ ਕੈਲ ਹੈਲਪਡ ਇਨ ਬ੍ਰਿੰਗਿੰਗ ਦਾ ਪੀਸੀ ਇਨਟੂ ਦਾ ਬਿਜ਼ਨਸ ਰੀਅਲਮ। ਕਹਿੰਦਾ ਪੀਸੀ ਨੂੰ ਬਿਜ਼ਨਸ ਰੀਅਲਮ ਦੇ ਵਿੱਚ ਲੈ ਆਏ ਸੀ। ਜਿਵੇਂ ਹੁਣ ਆਪਣਾ ਲੈਪਟਾਪ ਕੰਪਿਊਟਰ ਹੈ, ਤਾਂ ਆਪਾਂ ਨੂੰ ਤਾਂ ਲੱਗਦਾ ਵੀ ਅਸੀਂ ਐਕਸਲ 'ਚ ਕੀ ਕਰ ਸਕਦੇ ਹਾਂ, ਪਰ ਬਿਜ਼ਨਸਮੈਨ ਜਿਹੜੇ ਬੰਦੇ ਨੇ ਉਹ ਸਾਰਾ ਐਕਸਲ 'ਚ ਹੀ ਕੰਮ ਹੁੰਦਾ ਸੀ। ਤੁਸੀਂ ਟੀਚਰ ਹੋ, ਕਿਤੇ ਟੀਚ ਕਰਦੇ ਹੋ, ਤਾਂ ਉੱਥੇ ਆਪਾਂ ਸਾਰਾ ਮਾਰਕਸ਼ੀਟਾਂ ਵਗੈਰਾ ਐਕਸਲ 'ਚ ਹੀ ਭੇਜਦੇ ਹਾਂ ਹੈ ਨਾ। ਜਿੰਨਾ ਵੀ ਹਿਸਾਬ ਕਿਤਾਬ ਹੁੰਦਾ, ਫਾਰਮੂਲੇਜ਼ ਬਹੁਤ ਨੇ, ਐਕਸਲ ਦੇ ਵਿੱਚ ਹੀ ਕੰਮ ਹੋ ਸਕਦਾ। ਤਾਂ ਪਹਿਲੀ ਸਟੇਟਮੈਂਟ ਬਿਲਕੁਲ ਠੀਕ ਹੈ ਕਿ ਜਿਹੜੀ ਬਿਜ਼ੀ ਕੈਲਸੀ ਹੈ ਉਹ ਪਹਿਲਾ ਸੌਫਟਵੇਅਰ ਸੀ ਸਪਰੈਡਸ਼ੀਟ, ਹੈ ਨਾ।
ਤੇ ਇਹ ਪੂਰੀ ਤਰ੍ਹਾਂ ਇਹ ਬਿਜ਼ਨਸ ਰੈਲਮ ਦੇ ਵਿੱਚ ਇਹਨੇ ਹੈਲਪ ਕੀਤੀ ਸੀ। ਤਾਂ ਦੋਨੋਂ ਹੀ ਠੀਕ ਨੇ, ਬੋਥ ਏ ਐਂਡ ਆਰ ਟਰੂ ਐਂਡ ਆਰ ਇਜ਼ ਦੀ ਕਰੈਕਟ ਐਕਸਪਲੇਨੇਸ਼ਨ। ਤਾਂ ਆਪਾਂ ਦੇਖ ਸਕਦੇ ਹਾਂ ਇਹ ਮੈਂ ਕੁਛ ਥਿਊਰੀ ਦਿੱਤੀ ਹੈ, ਜੋ ਮੈਂ ਦੱਸਿਆ ਉਹੀ ਲਿਖਿਆ ਹੋਇਆ ਹੈ। ਵਿਜ਼ੀਕੈਲ ਸਟੈਂਡਸ ਫॉर ਵਿਜ਼ੂਅਲ ਕੈਲਕੂਲੇਟਰ 1979 ਦੇ ਵਿੱਚ ਬਾਇਆ ਐਪਲ ਦੁਆਰਾ ਬਣਾਇਆ ਗਿਆ ਸੀ, ਠੀਕ ਹੈ। ਤੇ ਐਪਲ 2 ਦੀ ਇਹ ਕਿਲਰ ਐਪ ਸੀ। ਸਿਮਿਲਰਲੀ ਉਦੋਂ ਉਸ ਟਾਈਮ ਦੇ ਵਿੱਚ ਲੋਟਸ 1 2 3 ਆਇਆ ਉਦੋਂ ਬਾਅਦ ਦੇ ਵਿੱਚ। ਹੁਣ ਅੱਜ ਕੱਲ੍ਹ ਡਿਸਕੰਟੀਨਿਊਡ ਸਪਰੈਡਸ਼ੀਟ ਅੱਜ ਕੱਲ੍ਹ ਨਹੀਂ ਚੱਲਦੀ ਇਹ, ਬਟ ਇਹ IBM ਉੱਪਰਲਾ ਐਪਲ ਦਾ ਸੀ ਇਹ, ਤੇ ਇਹ IBM ਦਾ ਸੀ। ਤਾਂ ਇਹ ਵੀ ਉਦੋਂ ਇਹਨਾਂ ਦੀ IBM ਦੀ ਫਸਟ ਕਿਲਰ ਐਪ ਸੀ, ਇਹਨਾਂ ਦਾ ਬਿਜ਼ਨਸ ਸੀ। ਇਹ 1979 ਚ ਆਈ ਸੀ ਵਿਜ਼ੀਕੈਲ ਸੀ, ਤੇ IBM ਦਾ ਸੀਗਾ 1980 ਦੇ ਵਿੱਚ। ਬਹੁਤ ਪਪੂਲਰ ਹੋਏ। ਮਾਈਕਰੋਸੌਫਟ ਦੇ ਤਾਂ ਬਾਅਦ ਦੇ ਵਿੱਚ ਆਏ ਆ, ਵਿੰਡੋ ਤੋਂ ਬਾਅਦ, ਠੀਕ ਹੈ। ਸੋ ਇਹਦਾ ਆਨਸਰ ਹੈ ਇਹ ਆਨਸਰ ਹੈ। ਨੈਕਸਟ ਕੁਐਸਚਨ ਹੈ, ਮੈਚ ਕਰਨੀਆਂ ਨੇ ਆਪਾਂ ਲਿਸਟ 1 ਤੇ ਲਿਸਟ 2। ਲਿਸਟ 1 ਆਪਾਂ ਲਿਸਟ 2 ਦੇ ਵਿੱਚ ਫਾਈਲ ਫਾਰਮੈਟਸ ਨੇ ਜਾਂ ਐਕਸਟੈਂਸ਼ਨਸ ਦਿੱਤੀਆਂ ਹੋਈਆਂ ਨੇ। ਪਹਿਲਾਂ ਆਪਾਂ ਦੇਖਦੇ ਹਾਂ, ਸੌਖੀ ਜਿਹੀ ਦੇਖ ਲੈਂਦੇ ਹਾਂ। ਵੀਡੀਓ ਫਾਈਲ ਫਾਰਮੈਟ, ਵੀਡੀਓ ਦੇ ਲਈ ਸਾਨੂੰ ਪਤਾ ਹੁੰਦਾ AVI, ਆਡੀਓ ਵੀਡੀਓ ਇੰਟਰਲੀਵਡ ਹੁੰਦਾ ਹੈ ਨਾ। ਇਮੇਜਸ ਦੇ ਲਈ JPG, ਇਹ ਵੀ ਆਪਾਂ ਨੂੰ ਪਤਾ ਹੈ। ਸਾਊਂਡ ਦੇ ਲਈ MP3, ਤਾਂ ਇੱਕੋ ਹੀ ਬਚ ਗਿਆ। ਡੌਕ, ਇਹਨੂੰ ਵੀ ਪੜ੍ਹ ਲੈਂਦੇ ਹਾਂ। ਪ੍ਰਿੰਟਡ ਕਾਪੀਜ਼ ਆਫ ਇੰਸਟਰਕਸ਼ਨ ਔਨ ਹਾਊ ਟੂ ਪਲੇ ਹਿਜ਼ ਮਿਊਜ਼ਿਕ, ਪ੍ਰਿੰਟ ਕਰ ਦੇਣਾ ਆਪਾਂ। ਡੌਕ ਦੀ ਫਾਈਲ ਨੂੰ ਪ੍ਰਿੰਟ ਕਰ ਸਕਦੇ ਹਾਂ। ਡੌਕ ਹੋ ਸਕਦਾ ਜਾਂ DOCX। ਅੱਜ ਕੱਲ੍ਹ DOCX ਚੱਲਦਾ, 2003 ਤੱਕ ਡੌਕ ਚੱਲਦਾ ਸੀ। 2007 ਦੀ ਐਕਸਟੈਂਸ਼ਨ ਡੌਕਸ ਹੋ ਗਈ ਸੀ। ਵਰਡ ਦੀਆਂ ਐਕਸਟੈਂਸ਼ਨ ਨੇ ਇਹ, ਹੈ ਨਾ। ਤੇ ਅੱਜ ਕੱਲ੍ਹ DOCX ਹੀ ਚੱਲਦਾ। ਸੋ ਇਹਦੇ ਵਿੱਚ A ਦਾ ਹੈਗਾ 2, ਹੈ ਨਾ। A ਦਾ 2 ਆ, ਤਾਂ ਪਹਿਲਾ ਨਹੀਂ ਹੋ ਸਕਦਾ, B ਨਹੀਂ ਹੋ ਸਕਦਾ, ਇਹ ਦੋਨੋਂ ਹੋ ਸਕਦੇ ਨੇ। B ਦਾ 1 ਆ, B ਨਹੀਂ ਆਪਾਂ ਚੱਕਦੇ, C ਚੱਕਦੇ ਆ। C ਦਾ ਹੈਗਾ ਚੌਥਾ, C ਦਾ ਚੌਥਾ ਕਿਹੜੇ ਚ? ਇਹਦੇ ਚ C ਆਨਸਰ ਹੈ, ਠੀਕ ਹੈ। D ਦਾ ਤੀਜਾ ਆਪਾਂ ਦੇਖ ਲਿਆ, ਠੀਕ ਹੈ। D ਦਾ ਤੀਜਾ ਬਿਲਕੁਲ ਠੀਕ ਹੈ। ਤਾਂ ਇਹਦਾ ਆਪਣੇ ਕੋਲੇ C ਆਨਸਰ ਹੈ, ਠੀਕ ਹੈ। ਨੈਕਸਟ ਕੁਐਸਚਨ ਹੈ, ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਅਬਾਊਟ ਇੰਟਰਨਲ ਐਂਡ ਐਕਸਟਰਨਲ ਕੰਪਿਊਟਰ ਮੈਮਰੀ ਆਰ ਟਰੂ। ਦੇਖੋ ਦੋ ਤਰ੍ਹਾਂ ਦੀਆਂ ਮੈਮਰੀਜ਼ ਨੇ, ਇੰਟਰਨਲ ਮੈਮਰੀ ਐਂਡ ਐਕਸਟਰਨਲ ਮੈਮਰੀ। ਆਪਾਂ ਦੇਖਦੇ ਹਾਂ ਕੀ ਪੁੱਛਿਆ ਉਹਨੇ। ਇਹ ਪੋਰਟੇਬਲ ਹਾਰਡ ਡਰਾਈਵ ਇਜ਼ ਐਗਜ਼ਾਮਪਲ ਆਫ ਇੰਟਰਨਲ ਮੈਮਰੀ। ਹਾਰਡ ਡਰਾਈਵ ਹੈ ਜਿਹੜੀ, ਕਹਿੰਦਾ ਇੰਟਰਨਲ ਮੈਮਰੀ ਹੈ, ਨਹੀਂ। ਹਾਰਡ ਡਰਾਈਵ ਹੈ ਜਿਹੜੀ ਐਕਸਟਰਨਲ ਮੈਮਰੀ ਹੈ, ਠੀਕ ਹੈ। ਮੈਗਨੈਟਿਕ ਟੇਪ ਯੂਜ਼ ਟੂ ਸਟੋਰ ਬੈਕਅਪ ਆਫ ਡੇਟਾ, ਇਹ ਬਿਲਕੁਲ ਠੀਕ ਹੈ। ਬੈਕਅਪ ਦੇ ਲਈ ਸੈਕੰਡਰੀ ਸਟੋਰੇਜ ਸਾਰੀਆਂ ਹੀ ਬੈਕਅਪ ਦੇ ਲਈ ਯੂਜ਼ ਹੁੰਦੀਆਂ ਨੇ। RAM ਇਹਦੀ ਇੰਟਰਨਲ ਮੈਮਰੀ, ਇਹ ਵੀ ਠੀਕ ਹੈ, ਇੰਟਰਨਲ ਹੈ। ROM loses its data when the power is turned off, ਤਾਂ ਗਲਤ ਹੈ ਇਹ। ROM ਨॉन ਵੋਲਾਟਾਈਲ ਹੈ। ROM is a non volatile। ਤਾਂ ਜਿਹੜੀ ਮੈਮਰੀ ਕੰਟੈਂਟ ਲੂਜ਼ ਕਰ ਦਿੰਦੀ ਹੈ ਉਹ ਮੈਮਰੀ ਨੂੰ ਅਸੀਂ ਬੋਲਦੇ ਹਾਂ ਵੋਲਾਟਾਈਲ, ਤੇ ਜਿਹੜੀ ਮੈਮਰੀ ਨਹੀਂ ਲੂਜ਼ ਕਰਦੀ ਕੰਟੈਂਟ ਉਹ ਹੁੰਦੀ ਆ ਨॉन ਵੋਲਾਟਾਈਲ। ਸੋ ROM is a non volatile ਹੈ ਨਾ। ਸੋ ROM loses its data when power is turned off, ਇਹ wrong ਹੈ। ਤਾਂ ਕਿਹੜੇ ਕਿਹੜੇ ਠੀਕ ਨੇ? B and C। B and C ਕਿਹੜੇ ਆਪਸ਼ਨ 'ਚ ਹੈ? D ਦੇ ਵਿੱਚ। ਸੋ D ਕਰੈਕਟ ਆਨਸਰ ਹੈ, ਠੀਕ ਹੈ। ਇਹ ਟਾਈਪਸ ਆਫ ਮੈਮਰੀਜ਼ ਨੇ। ਇੰਟਰਨਲ ਮੈਮਰੀਜ਼ ਕਿਹੜੀਆਂ ਕਿਹੜੀਆਂ ਨੇ? ਰਜਿਸਟਰ, ਕੈਸ਼ੇ ਤੇ ਪ੍ਰਾਇਮਰੀ ਔਰ RAM, ਸੌਰੀ ਪ੍ਰਾਇਮਰੀ ਔਰ ਮੇਨ ਮੈਮਰੀ। ਇਹਦੇ ਵਿੱਚ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ? RAM ਤੇ ROM ਬੇਸਿਕਲੀ ਪ੍ਰਾਇਮਰੀ ਜਾਂ ਮੇਨ ਮੈਮਰੀ ਦੇ ਅੰਡਰ ਆਉਂਦੀਆਂ ਨੇ। ਐਕਸਟਰਨਲ ਔਰ ਸੈਕੰਡਰੀ ਔਰ ਆਲਸੋ ਨੋਨ ਐਜ਼ ਆਕਸਿਲਰੀ, ਇਹ ਕਿਹੜੀਆਂ ਕਿਹੜੀਆਂ ਨੇ? ਫਲੈਸ਼ ਮੈਮਰੀ, ਮੈਗਨੈਟਿਕ ਡਿਸਕ, ਆਪਟੀਕਲ ਡਿਸਕ ਤੇ ਮੈਗਨੈਟਿਕ ਟੇਪ, ਇਹ ਐਕਸਟਰਨਲ ਮੈਮਰੀਜ਼ ਨੇ, ਠੀਕ ਹੈ। ਹਾਂ, ਨੈਕਸਟ ਕੁਐਸਚਨ ਹੈ, ਮੈਚ ਕਰਨ ਵਾਲੇ ਬਹੁਤ ਕੁਐਸਚਨ ਆਉਂਦੇ ਨੇ ਇਹਦੇ ਵਿੱਚ, 3-4 ਕੁਐਸਚਨ ਬਣ ਜਾਂਦੇ ਨੇ ਇਕੱਠੇ। ਹੁਣ ਥੋੜੇ ਜਿਹੇ ਕੁਐਸਚਨ ਇਹ ਆ ਵੀ ਸਿੰਪਲ ਨਹੀਂ ਆਉਂਦੇ, ਹੁੰਦੇ ਤਾਂ ਸਿੰਪਲ ਹੀ ਨੇ ਪਰ ਇਨਫੋਰਮੇਸ਼ਨ ਜ਼ਿਆਦਾ ਪੁੱਛੀ ਜਾਂਦੀ ਹੈ। ਆਪਾਂ ਉਸ ਹਿਸਾਬ ਨਾਲ ਤੁਸੀਂ ਤਿਆਰੀ ਕਰਨੀ ਹੈ, ਠੀਕ ਹੈ। ਤਾਂ ਹੁਣ ਪੁੱਛ ਰਿਹਾ ਹੈ VoIP, URL, MAC ਐਡਰੈਸ, IP ਐਡਰੈਸ। ਤਾਂ VoIP ਹੁੰਦਾ ਵੌਇਸ ਓਵਰ ਇੰਟਰਨੈਟ ਪ੍ਰੋਟੋਕਾਲ। ਇੰਟਰਨੈਟ ਤੇ ਜਿਹੜੀ ਆਪਾਂ ਕਾਲਿੰਗ ਕਰਦੇ ਹਾਂ, WhatsApp ਕਾਲ ਕਰਦੇ ਹਾਂ, ਹੈ ਨਾ, ਇੰਸਟਾਗ੍ਰਾਮ ਤੇ ਕਰਦੇ ਹਾਂ, ਫੇਸਬੁੱਕ ਤੇ ਕਰਦੇ ਹਾਂ, ਉਹ ਸਾਰੀ ਇੰਟਰਨੈਟ ਦੁਆਰਾ ਕਾਲ ਹੁੰਦੀ ਹੈ। ਤਾਂ ਇਹਦੇ ਨਾਲ C ਮੈਚ ਕਰਦਾ, ਯੂਜ਼ ਆਫ ਇੰਟਰਨੈਟ ਟੂ ਮੇਕ ਫੋਨ ਕਾਲ, ਹੈ ਨਾ। ਜ਼ਰੂਰੀ ਨਹੀਂ ਆਪਾਂ ਪਹਿਲੇ ਤੋਂ ਹੀ ਚੱਲਣਾ ਹੈ, ਜਿਹੜਾ ਤੁਹਾਨੂੰ ਆਉਂਦਾ ਸੌਖਾ ਉਹ ਵਾਲਾ ਲਗਾ ਸਕਦੇ ਹਾਂ ਆਪਾਂ, ਹੈ ਨਾ। ਅੱਗੇ ਆਪਾਂ ਦੇਖਦੇ ਹਾਂ, ਟੈਕਸਟ ਯੂਜ਼ਡ ਬਾਏ ਵੈਬ ਬਰਾਊਜ਼ਰ ਟੂ ਲੋਕੇਟ ਏ ਵੈਬ ਐਡਰੈਸ ਔਨ ਦੀ ਇੰਟਰਨੈਟ। ਇਹ ਟੈਕਸਟ ਦੀ ਗੱਲ ਕਰਦਾ, ਜਿਵੇਂ google.com, ਇਹਨੂੰ ਨਹੀਂ ਆਪਾਂ ਲਿਖਦੇ www.google.com।
ਤੇ ਅੱਗੇ HTTP ਵੀ ਲੱਗਿਆ ਹੁੰਦਾ ਨਾ, HTTPS ਜਾਂ ਐਵੇਂ ਕਰਕੇ ਜੀ ਹੁੰਦਾ। ਟੈਕਸਟ ਕਹਿੰਦਾ ਯੂਜ਼ਡ ਬਾਈ ਵੈਬ ਬਰਾਊਜ਼ਰ ਟੂ ਲੋਕੇਟ ਏ ਵੈਬ ਐਡਰੈਸ ਆਫ ਦਾ ਇੰਟਰਨੈਟ। ਕਹਿੰਦਾ ਇਹ ਟੈਕਸਟ ਯੂਜ਼ ਕੀਤੀ ਜਾਂਦੀ ਹੈ, ਇਹਨੂੰ ਕੀ ਬੋਲਦੇ ਆ? ਇਹਨੂੰ ਅਸੀਂ ਬੋਲਦੇ ਹਾਂ URL, ਯੂਨੀਫਾਰਮ ਰਿਸੋਰਸ ਲੋਕੇਟਰ। ਤਾਂ ਇਹਦਾ ਆਜੂ ਇਹ, ਠੀਕ ਹੈ। ਫਿਰ ਅੱਗੇ ਗੱਲ ਕਰਦਾ ਇਹਨਾਂ ਚੋਂ ਆਪਾਂ ਦੇਖਦੇ ਹਾਂ ਯੂਨੀਕ ID ਫॉर ਨੈਟਵਰਕ ਇੰਟਰਫੇਸ ਕਾਰਡ। ਤਾਂ ਮੈਕ ਐਡਰੈਸ ਹੁੰਦਾ ਨੈਟਵਰਕ ਇੰਟਰਫੇਸ ਦੇ ਵਿੱਚ, ਮੈਕ ਐਡਰੈਸ ਹੁੰਦਾ ਮੀਡੀਆ ਐਕਸੈਸ ਕੰਟਰੋਲ। ਮੈਕ ਸਟੈਂਡਸ ਫॉर ਮੀਡੀਆ ਐਕਸੈਸ ਕੰਟਰੋਲ, ਕਲੀਅਰ। ਅੱਗੇ ਹੈਗਾ ਨੂਮੈਰੀਕਲ ID ਫॉर ਈਚ ਡਿਵਾਈਸ ਔਨ ਦੀ ਇੰਟਰਨੈਟ। ਹਰੇਕ ਡਿਵਾਈਸ ਦੀ ਇੰਟਰਨੈਟ ਤੇ ID, ਨੂਮੈਰੀਕਲ ID ਕੌਣ ਦਿੰਦਾ? ਉਹ ਆਪਾਂ ਨੂੰ IP ਐਡਰੈਸ ਦਿੰਦਾ, ਠੀਕ ਹੈ। IP ਸਟੈਂਡਸ ਫॉर ਇੰਟਰਨੈਟ ਪ੍ਰੋਟੋਕੋਲ, ਇਹ ਆਪਾਂ ਨੂੰ ID ਪ੍ਰੋਵਾਈਡ ਕਰਦਾ। ਸੋ A ਦਾ ਹੈਗਾ 4th, A ਦਾ 4th ਕਿਹੜੇ ਚੋਂ ਹੈ? A ਨਹੀਂ ਹੋ ਸਕਦਾ, C ਨਹੀਂ ਹੋ ਸਕਦਾ। A ਦਾ 4th ਹੈ, B ਦਾ 3 ਹੈ, ਇਹ ਵੀ ਨਹੀਂ। ਜਿਹੜਾ ਨਹੀਂ ਹੁੰਦਾ ਉਹ ਆਇਡੈਂਟੀਫਾਈ ਕਰ ਦਿਓ, D ਤੋਂ ਪਤਾ ਲੱਗ ਜੂ ਆਪਾਂ ਨੂੰ। D ਦਾ ਹੈਗਾ 2, D ਦਾ 2, ਤਾਂ D ਆਨਸਰ ਹੈ ਇਹਦਾ, ਠੀਕ ਹੈ। ਐਵੇਂ ਆਪਾਂ ਕਰ ਸਕਦੇ ਹਾਂ। ਜਿਵੇਂ ਇਹ ਮੈਕ ਐਡਰੈਸ ਹੈ, ਥੋੜੀ ਜਿਹੀ ਇਨਫੋਰਮੇਸ਼ਨ ਮੈਂ ਤੁਹਾਨੂੰ ਹੋਰ ਦੇ ਦੇਣਾ, ਪੁੱਛਿਆ ਜਾ ਸਕਦਾ ਹੈ। ਮੈਕ ਐਡਰੈਸ 48 ਬਿਟਸ ਦਾ ਹੁੰਦਾ ਹੈ। 48 ਬਿਟਸ ਨੂੰ ਡਿਵਾਈਡ ਕਰ ਦਾਂਗੇ 8 ਦੇ ਨਾਲ, ਤੇ ਇਹ ਬਣ ਜਾਣਗੀਆਂ ਬਾਈਟਸ। ਤਾਂ 6 ਬਾਈਟ ਦਾ ਇਹਨੂੰ ਆਲਸੋ ਨੋਨ ਐਜ਼ ਹਾਰਡਵੇਅਰ ਐਡਰੈਸ, ਨੈਟਵਰਕ ਕਾਰਡ ਐਡਰੈਸ, ਨੈਟਵਰਕ NIC ਸਟੈਂਡਸ ਫॉर ਨੈਟਵਰਕ ਇੰਟਰਫੇਸ ਕਾਰਡ। ਤੇ ਇਨਸਾਈਡ ਲੈਨ ਇਹ ਲੋਕਲੀ ਯੂਨੀਕ ਹੁੰਦਾ, ਠੀਕ ਹੈ। ਗਲੋਬਲੀ ਯੂਨੀਕ IP ਐਡਰੈਸ ਹੁੰਦਾ, ਇਹ ਲੋਕਲੀ ਇੱਕ ਲੈਨ ਦੇ ਵਿੱਚ ਹੀ ਕੰਮ ਕਰਦਾ। ਤੇ ਇਹਦੀ ਐਗਜ਼ਾਮਪਲ ਹੈ, ਠੀਕ ਹੈ। ਇਹ ਨੋਟੇਸ਼ਨ ਫੋਲੋ ਕਰਦਾ ਹੈ ਆਪਣੇ ਕੋਲੇ ਹੈਕਸਾਡੈਸੀਮਲ ਨੋਟੇਸ਼ਨ ਫੋਲੋ ਕਰਦਾ, ਠੀਕ ਹੈ। ਹੈਕਸਾਡੈਸੀਮਲ ਫਾਰਮ ਚ ਲਿਖਿਆ ਹੋਇਆ ਇਹ ਐਡਰੈਸ। ਇਹ IP ਐਡਰੈਸ ਹੈ। IP ਐਡਰੈਸ ਇਜ਼ ਆਲਸੋ ਨੋਨ ਐਜ਼ ਲੌਜੀਕਲ ਐਡਰੈਸ। ਇਹ ਗਲੋਬਲੀ ਯੂਨੀਕ, ਤਾਂ ਆਪਾਂ ਕਹਿ ਸਕਦੇ ਹਾਂ ਕਿ ਕੰਪਿਊਟਰ ਇਹ ਯੂਨੀਕਲੀ ਆਇਡੈਂਟੀਫਾਈਡ ਔਨ ਦੀ ਇੰਟਰਨੈਟ ਬਾय ਯੂਜ਼ਿੰਗ ਏ IP ਐਡਰੈਸ। ਕੰਪਿਊਟਰ ਜਿਹੜਾ ਇੰਟਰਨੈਟ ਤੇ ਯੂਨੀਕਲੀ ਆਇਡੈਂਟੀਫਾਈ ਕੀਤਾ ਜਾਂਦਾ ਕਾਹਦੇ ਦੁਆਰਾ? IP ਐਡਰੈਸ ਦੁਆਰਾ। ਤੇ IP ਐਡਰੈਸ ਦੋ ਤਰ੍ਹਾਂ ਦਾ ਹੁੰਦਾ ਹੈ, IPv4 ਤੇ IPv6, ਵਰਜਨ 4 ਤੇ ਵਰਜਨ 6। IPv4 32 ਬਿਟ ਦਾ ਹੁੰਦਾ ਜਾਂ 4 ਬਾਈਟ ਦਾ, 32/8 ਕਰ ਦਾਂਗੇ ਆਪਾਂ ਨਾ, 4 ਬਾਈਟਸ। ਇਹਦੀ ਐਗਜ਼ਾਮਪਲ ਹੈ 132.15.16.5। ਇਹਦੇ 4 ਆਕਟੈਟ ਹੁੰਦੇ ਨੇ, ਪਹਿਲਾ ਆਕਟੈਟ, ਦੂਜਾ, ਤੀਜਾ, ਚੌਥਾ। ਯਾਨੀ ਕਿ ਪਹਿਲਾ, ਦੂਜਾ, ਤੀਜਾ, ਚੌਥਾ, ਵਿਚਕਾਰ ਕੀ ਹੁੰਦਾ? ਡਾਟ ਹੁੰਦਾ ਹੈ ਨਾ, ਯਾਦ ਰੱਖਣਾ। ਫਿਰ IPv6 ਹੈ ਜਿਹੜਾ, ਉਹ 128 ਬਿਟ ਦਾ ਤੇ ਜਾਂ 16 ਬਾਈਟਸ ਦਾ। ਇਹਦੀ ਐਗਜ਼ਾਮਪਲ, ਇਹਦੀ ਲੋੜ ਨਹੀਂ ਇੰਨੀ, ਇਹ ਵਾਲਾ ਦੇਖ ਲਿਓ IPv4, ਕਲੀਅਰ। ਇਹ URL ਹੈ, ਯੂਨੀਫਾਰਮ ਰਿਸੋਰਸ ਲੋਕੇਟਰ, ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕਿਆ ਇਹਨੂੰ। ਇਹ ਐਗਜ਼ਾਮਪਲ ਹੈ ਪੂਰੀ, ਇਹ ਵੈਬ ਦਾ ਐਡਰੈਸ ਹੁੰਦਾ ਪੂਰਾ, ਹੈ ਨਾ। ਸੋ ਇਹ ਆਪਾਂ ਡਿਸਕਸ ਕੀਤੇ ਨੇ 25 ਨਵੰਬਰ ਸ਼ਿਫਟ 2 ਦੇ ਕੁਐਸਚਨ। ਆਈ ਹੋਪ ਕਿ ਤੁਹਾਨੂੰ ਸਮਝ ਆ ਰਿਹਾ ਹੋਊਗਾ, ਠੀਕ ਹੈ। ਜੇਕਰ ਤੁਹਾਨੂੰ ਸਾਡਾ ਕੰਮ ਵਧੀਆ ਲੱਗਦਾ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਸ਼ੇਅਰ ਕਰੋ, ਤਾਂ ਕਰਕੇ ਅਗਲੇ ਮਹੀਨੇ ਪੇਪਰ ਆ ਰਿਹਾ ਉਹਨਾਂ ਨੂੰ ਵੀ ਇਹਦਾ ਬੈਨੀਫਿਟ ਮਿਲ ਸਕੇ, ਠੀਕ ਹੈ। ਥੈਂਕ ਯੂ।